ਮਸਲਾ ਹੁਣ ਕੀ ਹੈ, ਇੱਕ ਬੰਦਾ ਦੇ 4 ਪੁੱਤਰ ਨੇ, ਇੱਕ ਜਿਹੜਾ ਉਹ ਬਾਹਰ ਚਲਾ ਗਿਆ, ਉਹਦਾ ਉੱਥੇ ਚੰਗਾ ਹੱਥ ਅੜ ਗਿਆ, 3 ਇੱਥੇ ਨੇ। ਅਸੀਂ ਬੜਾ ਉਹਨਾਂ ਨਾਲ ਜ਼ੁਲਮ ਕਰਨੇ ਆ ਬੱਚਿਆਂ ਆਪਣਿਆਂ ਨਾਲ। ਭਾਵੇਂ ਮੇਰੀਆਂ ਗੱਲਾਂ ਕਿਸੇ ਨੂੰ ਗਲਤ ਲੱਗਣ, ਇਹ ਗੱਲਾਂ ਬਲਕਿ ਇਹ ਲੋਕ ਸਧਾਰਨ ਸਿੱਧੀਆਂ ਕਰਨ। ਉਹ ਹੁਣ 3 ਜਿਹੜੇ ਇੱਥੇ ਨੇ, ਉਹਨਾਂ 'ਚੋਂ ਚੌਧਰੀ ਸਾਹਿਬ ਇੱਕ ਤੇ ਕਬੂਤਰ ਉਡਾਉਂਦਾ, ਇੱਕ ਕੁੱਕੜ ਲੜਾਉਂਦਾ, ਲੜਾਈਆਂ ਕਰ ਲੈਂਦਾ, ਤੇ ਇੱਕ ਕੁੱਤੇ ਲੜਾਉਂਦਾ। ਕੰਮ ਨਹੀਂ ਕਰਦਾ। ਲੜਾਈ ਕਰੇਗਾ ਜਿਹੜੇ ਪੈਸੇ ਭੇਜ ਪੁੱਤਰੋ ਫਲਾਣਾ ਪਲਾਟ ਮਿਲਦਾ ਜੀ, ਉਹ ਮੈਂ ਨਾ ਯਾਰ ਸਾਡਾ ਡੇਰਾ ਨਹੀਂ ਠੀਕ, ਇਹਨੂੰ ਨਾ ਕੁਝ ਥੋੜਾ ਜਿਹਾ ਸਿੱਧਾ ਕਰ ਲਈਏ। ਉਹ ਖੁਦਾ ਦਿਆ ਬੰਦਿਆ, ਤੂੰ ਇਹ ਤੇ ਵੇਖ, ਉਹ ਪਰਦੇਸ ਦੇ ਵਿੱਚ ਬੈਠਾ ਹੈ, ਜੇ ਉਹਦੇ ਕੋਲ ਪੈਸੇ ਆਉਣੇ ਨੇ ਤਾਂ ਉਹਨੇ ਤੈਨੂੰ ਭੇਜ ਦੇਣੇ ਨੇ। ਉੱਥੇ ਕਿੱਥੇ ਰੱਖਣੇ ਨੇ? ਅੱਛਾ, ਉਹ ਜਿਹੜਾ ਭਰਾ ਨੂੰ ਫੋਨ ਕਰੇਗਾ, ਭਰਾ ਨੇ ਵੀ ਫਰਮਾਇਸ਼ ਲਾਜ਼ਮੀ ਕਰਨੀ। ਜੇ ਕਿਸੇ ਉਹ ਭੈਣ ਨੂੰ ਫੋਨ ਕਰੇਗਾ ਤੇ ਭੈਣ ਕੱਖ ਨਾ ਕਰੇ ਦੀ, ਤੇ ਆਖੇ ਦੀ ਉਹ ਮਾਸ਼ਾਅੱਲਾ ਵੇਖ ਉਹ ਆਪਣੇ ਉਹਦੇ ਭੜੇਵੇਂ ਨੂੰ ਵੀ ਅੱਗੇ ਕਰਕੇ ਵਿਖਾਲੇ ਦੀ, ਆ ਵੇਖ ਗੱਲਾਂ ਕਰਨ ਡੈ ਪਿਆਈ ਹੈ। ਤੇ ਕੱਲ ਪਤਾ ਕੀ ਆਖੇ, ਇਹ ਮਾਮੇ ਨੂੰ ਆਖੋ ਗੱਦੀ ਘੱਲੇ, ਮਾਮੇ ਨੂੰ ਆਖੋ ਗੱਦੀ ਘੱਲੇ। ਬਿਸਮਿल्लाहिर्रहमानिर्रहीम। अस्सलाम वालेकुम। मैं ਤੁਹਾਡਾ ਸੱਜਣ, ਤੁਹਾਡਾ ਮਿੱਤਰ, ਤੁਹਾਡਾ ਵੀਰ ਅਫਜ਼ਲ ਭੱਟੀ, ਤੇ ਤੁਸੀਂ ਵੇਖ ਰਹੇ ਪ੍ਰੋਗਰਾਮ ਗੱਲ ਵੇਲੇ ਦੀ। ਤੇ ਮੇਰੇ ਨਾਲ ਮੌਜੂਦ ਨੇ ਚਾਚਾ ਰਫੀਕ ਤੇ ਭਾਈ ਸਾਹਿਬ। ਤੇ ਪਿਆਰੇ ਵੇਖਣ ਵਾਲਿਓ, ਅੱਜ ਦੀ ਇਹ ਸਾਡੀ ਵੀਡੀਓ, ਅੱਜ ਦਾ ਸਾਡਾ ਇਹ ਪ੍ਰੋਗਰਾਮ ਸਾਡੇ ਉਹਨਾਂ ਪਰਦੇਸੀਆਂ ਭਰਾਵਾਂ ਦੇ ਨਾਂ 'ਤੇ ਜਿਹੜੇ ਆਪਣੀਆਂ ਜ਼ਿੰਦਗੀਆਂ ਨੂੰ 7 ਸਮੁੰਦਰ ਪਾਰ ਦਿਆਰੇ ਗੈਰ ਦੇ ਵਿੱਚ ਸਾਰੀ ਜ਼ਿੰਦਗੀ ਉਹ ਸਾਡੇ ਭਰਾ, ਉਹ ਸਾਡੇ ਦੋਸਤ ਗੁਜ਼ਾਰ ਦਿੰਦੇ ਨੇ। ਤੇ ਮਕਸਦ ਕੀ ਹੁੰਦਾ ਵਾ ਉਹਨਾਂ ਦਾ? ਮਕਸਦ ਹੁੰਦਾ ਵਾ ਆਪਣੀ ਫੈਮਿਲੀ ਵਾਸਤੇ, ਆਪਣੇ ਵਾਲਦੈਨ ਵਾਸਤੇ, ਆਪਣੇ ਭੈਣਾਂ ਭਰਾਵਾਂ ਵਾਸਤੇ, ਆਪਣੇ ਬੀਵੀ ਬੱਚਿਆਂ ਵਾਸਤੇ ਇੱਕ ਚੰਗੀ ਜ਼ਿੰਦਗੀ ਦੀ ਤਲਾਸ਼। ਔਰ ਤਜਰਬਾ ਤਾਂ ਇਹੋ ਹੀ ਕਹਿੰਦਾ ਵਾ ਕਿ ਉਹ ਆਪਣਿਆਂ ਦੀ ਚੰਗੀ ਜ਼ਿੰਦਗੀ ਬਣਾਉਂਦਿਆਂ ਉਹਨਾਂ ਦੀ ਜਿਹੜੀ ਆਪਣੀ ਜ਼ਿੰਦਗੀ ਹੁੰਦੀ ਆ ਉਹ ਕਿਤੇ ਗੁੰਮ ਹੋ ਜਾਂਦੀ ਆ। ਜਿਹੜੀਆਂ ਖੁਸ਼ੀਆਂ ਜ਼ਿੰਦਗੀ ਦੇ ਵਿੱਚ ਚਾਹੀਦੀਆਂ ਹੁੰਦੀਆਂ ਨੇ ਇਨਸਾਨ ਨੂੰ, ਜਿਹੜੀਆਂ ਖਾਹਿਸ਼ਾਤ ਹੁੰਦੀਆਂ ਨੇ, ਉਹ ਦਬ ਜਾਂਦੀਆਂ ਨੇ। ਔਰ ਪਰਦੇਸ ਨੂੰ ਅਗਰ ਲੈ ਕੇ ਅਸੀਂ ਗੱਲ ਕਰੀਏ ਤਾਂ ਇਹ ਇੱਕ ਐਸਾ ਮੌਜੂ ਆ, ਇਹ ਵਜ੍ਹਾ ਜੋ ਵੀ ਹੈ ਨੇ ਕਿ ਸਾਡੇ ਨੌਜਵਾਨਾਂ ਨੂੰ, ਸਾਨੂੰ ਕਿਉਂ ਆਪਣਾ ਮੁਲਕ ਛੱਡਣਾ ਪੈਂਦਾ ਵਾ। ਕਿਆ ਇੱਥੇ ਉਹ ਰੋਜ਼ਗਾਰ ਸਾਡੇ ਵਾਸਤੇ ਉਹ ਮੌਜੂਦ ਨਹੀਂ ਹੁੰਦੇ, ਉਹ ਮੌਕੇ ਮੌਜੂਦ ਨਹੀਂ ਹੁੰਦੇ ਜਿਸ ਵਜ੍ਹਾ ਤੋਂ ਅਸੀਂ ਜਾਂਦੇ ਹਾਂ। ਉਹ ਇੱਕ ਅਲੱਗਾ ਮੌਜੂ ਆ, ਉਹ ਇੱਕ ਅਲੱਗਾ ਟਾਪਿਕ ਆ, ਉਹਦੇ 'ਤੇ ਅਸੀਂ ਵੈਸੇ ਵੀ ਗੱਲਾਂ ਕਰਦੇ ਰਹਿੰਦੇ ਹਾਂ, ਫਿਰ ਵੀ ਕਰ ਸਕਦੇ ਹਾਂ। ਲੇਕਿਨ ਅੱਜ ਮੈਂ ਸਪੈਸ਼ਲੀ ਖਸੂਸੀ ਤੌਰ 'ਤੇ ਜਿਹੜੇ ਸਾਡੇ ਭਰਾ ਆਪਣੇ ਇਸ ਵਤਨ ਤੋਂ ਦੂਰ, ਆਪਣੇ ਘਰਾਂ ਤੋਂ ਦੂਰ, ਆਪਣੇ ਪਿਆਰਿਆਂ ਦੀਆਂ ਖੁਸ਼ੀਆਂ ਲੱਭਣ ਵਾਸਤੇ ਆਪਣੀਆਂ ਜ਼ਿੰਦਗੀਆਂ ਗੁਜ਼ਾਰਦੇ ਨੇ, ਉਹਨਾਂ ਬਾਰੇ 'ਚ ਚਾਚਾ ਰਫੀਕ ਹੋਣਾ ਨੂੰ ਪੁੱਛਾਂਗਾ ਕਿ ਤੁਸੀਂ ਇਸ ਕਰਬ ਨੂੰ, ਇੱਕ ਪਰਦੇਸੀ ਦੇ ਦੁੱਖ ਨੂੰ, ਉਹਦੀ ਜ਼ਿੰਦਗੀ ਦੀਆਂ ਤਕਲੀਫਾਂ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ, ਅਤੇ ਉਹਦੇ ਜਿਹੜੇ ਪਿੱਛੇ ਉਹਦੇ ਘਰ ਵਾਲੇ ਨੇ ਉਹਨਾਂ ਵਾਸਤੇ ਤੁਸੀਂ ਕੀ ਪੈਗਾਮ ਜਿਹੜਾ ਉਹ ਦੇਣਾ ਚਾਹੁੰਦੇ ਹੋ? ਭੱਟੀ ਸਾਹਿਬ, ਤੁਸੀਂ ਇੰਝ ਹੀ ਸਮਝੋ ਕਿ ਜਿਵੇਂ ਇੱਕ ਅੱਜ ਨਾ ਦੁੱਖ ਦੇ ਜ਼ਖਮ ਨੂੰ ਦਿਖਾਇਆ ਜੀ। ਮੈਂ ਤੇ ਪਹਿਲੀ ਗੱਲ ਇਹ ਹੈ ਕਿ ਜਿਹੜੇ ਮੇਰੇ ਪੁੱਤਰ, ਮੇਰੇ ਭਰਾ ਬਾਹਰ ਨੇ ਜੀ, ਜਿਹੜੀਆਂ ਮੈਂ ਉਹਨਾਂ ਦੀਆਂ ਤਕਲੀਫਾਂ ਨੂੰ ਸਮਝਣਾ, ਸ਼ਾਇਦ ਤੁਸੀਂ ਨਹੀਂ ਸਮਝਦੇ। ਠੀਕ। ਤੇ ਮੈਂ ਤੇ ਉਹਨਾਂ ਨੂੰ ਦੋਵਾਂ ਹੱਥਾਂ ਨਾਲ ਸਲਾਮ ਕਰਨਾ, ਕਿਉਂਕਿ ਮੇਰੇ ਦਿਲ 'ਚ ਬੜਾ ਉਹਨਾਂ ਦਾ ਦਰਦ ਹੈ ਜੀ। ਤੇ ਇਹ ਮੇਰੀ ਦੁਆ ਹੈ ਕਿ ਉਹ ਜਿੱਥੇ ਜਿੱਥੇ ਹੈ ਨੇ, ਅੱਲਾਹ ਪਾਕ ਉਹਨਾਂ ਨੂੰ ਖੁਸ਼ ਰੱਖੇ ਜੀ। ਅੱਲਾਹ ਪਾਕ ਪਿਛਾਂ ਉਹਨਾਂ ਦੀਆਂ ਫੈਮਲੀਆਂ ਨੂੰ ਵੀ ਖੁਸ਼ ਰੱਖੇ ਜੀ। ਭੱਟੀ ਸਾਹਿਬ, ਇਹ ਜਿਹੜਾ ਪਰਦੇਸ ਹੈ ਨਾ ਜੀ, ਸਾਡੇ ਵਾਸਤੇ ਆਮ ਚੀਜ਼ ਹਾਂ ਵੇਖਿਆ ਨਹੀਂ। ਖਾਸ ਕਰ ਜੇ ਮੈਂ ਕਹਾਂ ਤੇ ਤੁਸਾਂ ਨਹੀਂ ਵੇਖਿਆ, ਮੈਂ ਕਾਫੀ ਦੇਖਿਆ ਤੇ ਮੈਨੂੰ ਇਹਦੇ ਮੁਤਲਕਾ ਬਹੁਤ ਜਿਹੜਾ ਨਾ ਜ਼ਿਆਦਾ ਪਤਾ ਹੈ। ਜੀ। ਅਸੀਂ ਆਪਣੇ ਉਹਨਾਂ ਬੱਚਿਆਂ ਨਾਲ ਬਹੁਤ ਜ਼ੁਲਮ ਤੇ ਜ਼ਿਆਦਤੀਆਂ ਕਰ ਰਹੇ ਹਾਂ। ਸ਼ਾਇਦ ਇਹ ਜਿਹੜੀ ਮੈਂ ਗੱਲ ਕਰਾਂ, ਇਹ ਕੁਛ ਮਾਂ ਬਾਪ ਐਸੇ ਨੇ ਉਹਨਾਂ ਦੇ ਜਿਨ੍ਹਾਂ ਨੂੰ ਇਹ ਅੱਛੀ ਨਾ ਲੱਗੇ। ਠੀਕ ਹੈ।
ਪਰ ਜਿਹੜੇ ਅੱਛੇ ਮਾਂ-ਬਾਪ ਨੇ ਉਹ ਇਹ ਚੀਜ਼ ਸੋਚਦਿਆਂ ਹੋਇਆ, ਮੈਨੂੰ ਮਾਫ ਕਰਨ ਕਿ ਮੈਂ ਜਿਹੜੀ ਗੱਲ ਕਰਨ ਲੱਗਾ ਇਹਨਾਂ ਦੀ ਤਾਦਾਦ ਜ਼ਿਆਦਾ ਹੈ, ਅੱਛਿਆਂ ਦੀ ਘੱਟ ਹੈ। ਠੀਕ ਹੈ। ਤੇ ਜਿਨ੍ਹਾਂ ਦੇ ਮੁਤਲਕਾ ਮੈਂ ਗੱਲ ਕਰਨ ਲੱਗਾ ਇਹ ਜ਼ਿਆਦਾ ਹੈ। ਠੀਕ ਹੈ। ਭਾਈ ਸਾਹਿਬ ਇੱਥੋਂ ਅਸੀਂ ਕੋਈ ਪੈਸੇ ਲਾਉਂਦੇ ਆ, ਖਰਚਾ ਕਰਨੇ ਆ ਤੇ ਇੱਕ ਬੱਚੇ ਨੂੰ ਬਾਹਰ ਭਜਵਾਉਂਦੇ ਆ ਜੀ। ਇਹ ਜਿਹੜੇ ਬੱਚੇ ਸਾਡੇ ਬਾਹਰ ਜਾਂਦੇ ਨੇ ਇਹ ਉਹਨਾਂ ਦੀ ਜ਼ਾਤ ਨੂੰ ਪਤਾ ਕਿ ਉਹ ਕਿੰਨੇ ਕੁ ਉੱਥੇ ਤੰਗ ਤੇ ਕਿੰਨੇ ਕੁ ਉੱਥੇ ਮਜਬੂਰ ਨੇ ਜੀ। ਸਾਨੂੰ ਨਹੀਂ ਪਤਾ ਜੀ। ਭਾਈ ਸਾਹਿਬ ਜਿਹੜਾ ਮੁੰਡਾ ਇੰਜ ਸਮਝੋ ਕਿ 18 ਘੰਟੇ ਡਿਊਟੀ ਕਰ ਰਿਹਾ ਨਾ ਜੀ, ਉਹ ਤੁਹਾਨੂੰ ਦੱਸ ਰਿਹਾ ਮੈਂ 8 ਘੰਟੇ ਕਰ ਰਿਹਾ। ਠੀਕ। ਤੁਹਾਨੂੰ ਆਪਣੇ ਮਾਪਿਓ ਨੂੰ ਪੂਰਾ ਭੇਤ ਨਹੀਂ ਦੱਸਦਾ। ਜਿਹੜੇ ਇੱਥੇ ਬਾਪ ਨੇ ਨਾ ਜੀ ਕਿ ਉਹ ਇੰਨੇ ਸੀਅਤ ਵਾਲੇ ਨੇ ਕਿ ਉਹਨਾਂ 2-2 4-4 ਮੁਲਾਜ਼ਮ ਰੱਖੇ ਨੇ ਆਪਣੇ ਮਾਲ ਨੂੰ ਪੱਠਿਆਂ ਵਾਸਤੇ, ਮਾਲ ਨੂੰ ਸੰਭਾਲਣ ਵਾਸਤੇ, ਕਾਰੋਬਾਰ ਵਾਸਤੇ। ਜੀ। ਤੇ ਭੱਟੀ ਸਾਹਿਬ ਉੱਥੇ ਉਹ ਜਿਹੜੇ ਮੇਰੇ ਪੁੱਤਰ ਨੇ ਨਾ ਉਸੇ ਹੀ ਬੰਦੇ ਦਾ ਜਿਹੜਾ ਬੇਟਾ ਹੈ ਉਹ ਘੋੜਿਆਂ ਦਾ ਗੋਹਾ ਸਾਫ਼ ਪਿਆ ਕਰਦਾ, ਲਿੱਦ ਚੁੱਕਦਾ, ਊਂਠ ਪਿਆ ਚਾਰਦਾ, ਟਰਾਲੇ ਪਿਆ ਚਲਾਉਂਦਾ ਜੀ। ਠੀਕ ਹੈ। ਤੇ ਉਹਦੇ ਜਿਹੜੇ ਪਿੱਛੇ ਭਰਾ ਜਾਂ ਉਹਦਾ ਵਾਲਦ ਆ ਉਹ ਇੰਨੇ ਕੁ ਐਸ਼ ਪ੍ਰਸਤ ਨੇ, ਉਹਨਾਂ ਆਪਣੇ ਮਾਲ ਨੂੰ ਪੱਠੇ ਪਾਉਣ ਵਾਸਤੇ ਇੱਥੇ ਮੁਲਾਜ਼ਮ ਰੱਖੇ। ਠੀਕ ਹੈ। ਉਹਨਾਂ ਨੂੰ ਉਹਨਾਂ ਦੀ ਤਕਲੀਫ ਦਾ ਕੋਈ ਪਤਾ ਨਹੀਂ ਜੀ। ਦੂਸਰੀ ਚੀਜ਼ ਇਹ ਮੈਂ ਤੁਹਾਨੂੰ ਦੱਸਣ ਲੱਗਾ ਕਿ ਇਹ ਜਿਹੜਾ ਮਸਦ ਮੁਲਕ ਨੇ ਨਾ, ਦੁਬਈ ਹੋ ਗਿਆ ਜਾਂ ਸਾਊਦੀਆ ਹੋ ਗਿਆ ਜਾਂ ਇਸਰਾਈਲ, ਜਿਹੜੇ ਮੁਲਕ ਨੇ ਜੀ। ਸਾਊਦੀਆ ਜਿਹੜਾ ਉਹ ਇੱਕ ਸਾਡੀ ਜਿੰਦ ਜਾਨ ਮੁਲਕ ਹੈ ਜੀ। ਸਾਡੀ, ਅਸੀਂ ਤੇ ਸਮਝਦੇ ਹਾਂ ਸਾਡੀ ਜ਼ਿੰਦਗੀ ਉਹਦੇ ਨਾਲ ਹੈ। ਜੀ। ਪਰ ਉਹਦੇ ਵਿੱਚ ਜਿਹੜੇ ਇਹ ਮਤਲਬ ਉਹ ਵਸ ਰਹੇ ਨੇ ਲੋਕ ਸਾਈਡਾਂ ਵਾਲੇ, ਜੀ। ਉਹ ਸਾਡੇ ਇਹਨਾਂ ਬੱਚਿਆਂ ਨਾਲ ਅੱਛਾ ਸਲੂਕ ਨਹੀਂ ਕਰਦੇ। ਠੀਕ ਹੈ। ਇਹ ਸਾਨੂੰ ਗੱਲ ਮਜਬੂਰਨ ਸਮਝੋ ਕਹਿਣੀ ਪੈਂਦੀ। ਠੀਕ। ਉਹ ਅੱਛਾ ਸਲੂਕ ਕਿਉਂ ਨਹੀਂ ਕਰਦੇ ਕਿ ਇਹ ਜਿਹੜਾ ਸਾਡਾ ਖਿੱਤਾ ਹੈ ਇੱਥੇ ਗੁਲਾਮਾਨਾ ਨਿਜ਼ਾਮ ਨਹੀਂ ਸੀ। ਜੀ। ਇੱਥੇ ਗੁਲਾਮ ਖਰੀਦੇ ਵੇਚੇ ਨਹੀਂ ਗਏ। ਹੂੰ। ਉਹ ਜਿਹੜੇ ਮੁਲਕ ਨੇ ਉਹਨਾਂ ਦੇ ਵਿੱਚ ਗੁਲਾਮ ਖਰੀਦੇ ਗਏ ਤੇ ਵੇਚੇ ਗਏ। ਠੀਕ ਹੈ। ਗੁਲਾਮਾਨਾ ਕਾਨੂੰਨ ਉੱਥੇ ਸੀ ਜੀ। ਉਹਨਾਂ ਦੇ ਵੱਡਿਆਂ ਦਾ। ਜੀ। ਠੀਕ ਹੈ। ਜੀ। ਤੇ ਅੱਜ ਤੁਸੀਂ ਵੀ ਵੇਖ ਲਓ ਕਿ ਜਿਸ ਤਰ੍ਹਾਂ ਕੋਈ ਵੀ ਚੀਜ਼ ਨਸਲ ਬਾਈ ਨਸਲ ਚੱਲਦੀ ਆ ਰਹੀ ਹੈ ਉਹਦਾ ਅਸਰ ਹੈ। ਅਸਰ ਜੀ, ਬਿਲਕੁਲ। ਉਹ ਭਾਵੇਂ ਚੰਗੀ ਆ ਜਾਂ ਮਾੜੀ ਆ, ਚੰਗੀ ਇੱਕ ਹੁਣ ਚੱਲੀ ਆਉਂਦੀ ਹੈ। ਮਸਦ ਇੱਕ ਜੱਟਾਂ ਦਾ ਮੁੰਡਾ ਨਾ, ਜੱਟਾਂ ਦਾ ਮੁੰਡਾ ਉਹ ਬਿਲਕੁਲ ਵਾਹੀ ਨਹੀਂ ਕਰਦੇ, ਕੋਈ ਜ਼ਿਮੀਂਦਾਰਾ ਨਹੀਂ ਕਰਦਾ। ਉਹ ਮੁੰਡਾ ਜਿਹੜਾ ਬੜਾ ਇੱਕ ਉਹਨੂੰ ਨੌਕਰੀ ਮਿਲ ਗਈ ਹੈ, ਬੜਾ ਤਗੜਾ ਅਫਸਰ ਬਣ ਗਿਆ। ਉਹਦੇ ਅੱਗੇ ਪਿੱਛੇ ਗੱਡੀਆਂ ਨੇ, ਉਹ ਇੰਜ ਰੋਡ ਤੇ ਜਾ ਰਿਹਾ। ਉਹ ਜਿੱਥੇ ਸਾਹਮਣੇ ਮੱਝ ਕੰਮ ਦੀ ਆਏ ਦੀ ਨਾ ਉਹ ਲਾਜ਼ਮੀ ਉਹਦੇ ਲੈਂਜ ਵੇਖੇਗਾ। ਘੋੜੀ ਕੰਮ ਦੀ ਆਏਗੀ ਇੰਜ ਲਾਜ਼ਮੀ ਵੇਖੇਗਾ। ਢੱਗਾ ਆਏਗਾ ਕਿਉਂਕਿ ਉਹ ਸਾਡਾ ਇੱਕ ਸ਼ਾਮਲ, ਉਹ ਸਾਡੇ ਖੂਨ 'ਚ ਇੱਕ ਚੀਜ਼ ਸ਼ਾਮਲ ਹੈ। ਬੇਸ਼ੱਕ ਉਹ ਬੜਾ ਵੱਡਾ ਅਫਸਰ ਹੈ, ਠੀਕ ਹੈ, ਪਰ ਉਹ ਉਹਦੇ ਇਸੇ ਤਰ੍ਹਾਂ ਉਹ ਜਿਹੜਾ ਗੁਲਾਮਾਨਾ ਕਾਨੂੰਨ ਹੈ ਉਹਨਾਂ ਦਾ ਜਿਹੜਾ ਮਾਮਲਾ ਹੈ ਅਰਬਾਂ ਦਾ ਉਹ ਉਹਨਾਂ ਦੇ ਵਿੱਚ ਸ਼ਾਮਲ ਹੈ। ਉਹ ਸਾਡੇ ਇਹਨਾਂ ਬੱਚਿਆਂ ਨੂੰ ਮੁਲਾਜ਼ਮ ਨਹੀਂ ਸਮਝਦੇ, ਉਹ ਗੁਲਾਮਾਂ ਵਾਲਾ ਸਲੂਕ ਕਰਦੇ ਨੇ। ਇਹਨਾਂ ਬੱਚਿਆਂ ਨਾਲ ਗੁਲਾਮਾਂ ਵਾਲਾ ਸਲੂਕ ਉੱਥੇ ਹੁੰਦਾ ਵਾ। ਠੀਕ ਹੈ। ਉਂਝ ਜੋ ਸਾਡੇ ਬੱਚੇ ਜਿਹੜੇ ਨੇ ਸਾਨੂੰ ਨਹੀਂ ਦੱਸਦੇ, ਸਾਨੂੰ ਨਹੀਂ ਦੱਸਦੇ। ਯਾਰ ਭੱਟੀ ਸਾਹਿਬ ਇੱਕ ਬੰਦਾ ਉਹ ਪ੍ਰਦੇਸ਼ ਦੇ ਵਿੱਚ ਹੈ, ਵੇਖੋ ਉੱਥੇ ਉਹਦਾ ਕੋਈ ਰਿਸ਼ਤੇਦਾਰ, ਫੁੱਫੀ, ਚਾਚੀ, ਤਾਇਆ ਕੁਛ ਨਹੀਂ ਹੈ ਜੀ, ਕੋਈ ਰਿਸ਼ਤਾ ਨਹੀਂ ਉੱਥੇ ਉਹਦਾ। ਤੇ ਉਹ ਜਦੋਂ ਤੁਹਾਨੂੰ ਫੋਨ ਵੀ ਕਰਦਾ ਨਾ ਕਿਸੇ ਬੰਦੇ ਨੂੰ ਤੇ ਤੁਸੀਂ ਉਹਦਾ ਅੱਗੋਂ ਫੋਨ ਸੁਣਦੇ, ਉਹਦੇ ਨਾਲ ਗੱਪ ਲਾਉਂਦੇ ਹੋ ਤੇ ਉਹਦਾ ਦਿਲ ਇੰਨਾ ਵੱਡਾ ਉੱਥੇ ਹੋਣ ਡਿਆ ਹੁੰਦਾ, ਉਹ ਬੜਾ ਖੁਸ਼ ਹੋ ਰਿਹਾ ਕਿ ਮੇਰੀ ਗੱਲ ਹੋਣ ਡਈ, ਮਤਲਬ ਮੈਂ ਗੱਲ ਕੀਤੀ ਹੈ। ਤੇ ਮੈਂ ਬਲਕਿ ਇਹ ਵੀ ਕਹਾਂਗਾ ਕਿ ਕਿਸੇ ਵੀ ਬੱਚੇ ਦਾ ਬਾਹਰੋਂ ਫੋਨ ਆਏ ਉਹਦਾ ਫੋਨ ਸੁਣੋ ਤੇ ਉਹਨੂੰ ਦਲੇਰ ਕਰੋ, ਕਿਉਂਕਿ ਉਹਦਾ ਦਿਲ ਦਲੇਰ, ਉਹ ਆਪਣੀ ਇੱਕ ਟਾਈਮ ਟਪਾਉਣ ਵਾਸਤੇ, ਆਪਣੇ ਦਿਲ ਨੂੰ ਦਿਲਾਸਾ ਦੇਣ ਵਾਸਤੇ ਤੁਹਾਨੂੰ ਫੋਨ ਕਰਦਾ। ਪਰ ਉਹ ਤੇ ਦਿਲਾਸਾ ਦੇਣ ਵਾਸਤੇ ਕਰਦਾ, ਅਸੀਂ ਅੱਗੋਂ ਦਿਲਾਸਾ ਦਿੰਦੇ ਹੀ ਨਹੀਂ ਜੀ। ਹੁਣ ਬਾਪ ਹੈ, ਮੈਂ ਬਾਪ ਆ, ਮੈਂ ਫੋਨ ਸੁਣਨ ਡਿਆ ਵਾਂ ਜੀ, ਤੇ ਮੈਂ ਹੁਣ ਉਹਨੂੰ ਕੀ ਗੱਲ ਕਰਨੀ ਹੈ, ਪੁੱਤਰਾ ਬਾਈ ਸ਼ਾਬਾਸ਼ ਤਗੜਾ ਹੋ ਜਾ, ਉਹ ਫਲਾਣੀ ਪੈਲੀ ਦਾ ਸੌਦਾ ਕਰ ਲਿਆ,
ਜੀ ਜੀ ਪੈਸੇ ਪੈਸੇ ਭੇਜ। ਮੰਗਣੇ ਨੇ ਹਰ ਟਾਈਮ ਪੈਸੇ ਭੇਜ ਹੂੰ ਪੁੱਤਰੋ ਫਲਾਣਾ ਪਲਾਟ ਮਿਲਦਾ ਹੈ। ਜੀ ਉਹ ਮੈਂ ਨਾ ਯਾਰ ਸਾਡਾ ਡੇਰਾ ਨਹੀਂ ਠੀਕ, ਇਹਨੂੰ ਨਾ ਕੁਝ ਥੋੜਾ ਜਿਹਾ ਸਿੱਧਾ ਕਰ ਲਈਏ। ਹੂੰ, ਉਹ ਖੁਦਾ ਦਿਆ ਬੰਦਿਆ ਤੂੰ ਇਹ ਤੇ ਵੇਖ ਉਹ ਪਰਦੇਸ ਦੇ ਵਿੱਚ ਬੈਠਾ ਹੈ, ਜੀ ਜੇ ਉਹਦੇ ਕੋਲ ਪੈਸੇ ਆਉਣੇ ਨੇ ਤਾਂ ਉਹਨੇ ਤੈਨੂੰ ਭੇਜ ਦੇਣੇ ਨੇ। ਭੇਜ ਦੇਣਾ ਨੇ। ਉਹਨੇ ਹੈ। ਉੱਥੇ ਕਿੱਥੇ ਰੱਖਣੇ ਨੇ। ਅੱਛਾ ਉਹ ਜਿਹੜਾ ਭਰਾ ਨੂੰ ਫੋਨ ਕਰੇਗਾ, ਹੂੰ ਭਰਾ ਨੇ ਵੀ ਫਰਮਾਇਸ਼ ਲਾਜ਼ਮੀ ਕਰਨੀ। ਹੂੰ ਜੇ ਕਿਸੇ ਉਹ ਭੈਣ ਨੂੰ ਫੋਨ ਕਰੇਗਾ ਤੇ ਭੈਣ ਕੱਖ ਨਾ ਕਰੇ ਦੀ ਹੂੰ, ਤੇ ਆਖੇ ਦੀ ਉਹ ਮਾਸ਼ਾਅੱਲਾ ਵੇਹਾ ਉਹ ਆਪਣੇ ਉਹਦੇ ਭਣੇਵੇਂ ਨੂੰ ਵੀ ਅੱਗੇ ਕਰਕੇ ਵਿਖਾਲੇ ਦੀ ਆ ਵੇਖ ਗੱਲਾਂ ਕਰਨ ਡੈ ਪਿਆਈ ਹੂੰ ਹੈ। ਤੇ ਕੱਲ ਪਤਾ ਕੀ ਆਖੇ, ਇਹ ਮਾਮੇ ਨੂੰ ਆਖੋ ਗੱਦੀ ਘੱਲੇ, ਮਾਮੇ ਨੂੰ ਆਖੋ ਗੱਦੀ ਘੱਲੇ। ਮੋਬਾਈਲ ਕੱਲੇ ਹੂੰ ਉਹ ਖੁਦਾ ਦਿਓ ਬੰਦਿਓ ਤੁਸੀਂ ਇਹ ਸੋਚੋ ਜੀ ਓਏ ਉਹ ਪੁੱਤਰ ਤੇ ਹਾਂ ਵੇਚੇ ਨੇ ਜੀ ਪੜੀ ਸਾਹਿਬ, ਉਹ ਸਾਡੇ ਪੁੱਤਰ ਵਿਕੇ ਨੇ, ਸੌਦੇ ਕੀਤੇ ਹੋਏ ਨੇ ਉਹਨਾਂ ਦੇ ਹਾਂ ਸੌਦੇ ਕੀਤੇ ਨੇ। ਜੀ ਉਹ ਕਿਸੇ ਦੇ ਮੁਲਾਜ਼ਮ ਨਹੀਂ। ਜੀ ਇਹ ਪਾਕਿਸਤਾਨ ਦੇ ਵਿੱਚ ਜਿਹੜਾ ਮੁਲਾਜ਼ਮ ਹੈ ਜੀ ਉਹਨੂੰ ਅਸੀਂ ਹਰ ਸਹੂਲਤ ਦਿੰਨੇ ਆ, ਜੀ ਨਾ ਦਈਏ ਉਹ ਸਾਡੇ ਕੋਲ ਰਹਿੰਦਾ ਨਹੀਂ ਜੀ ਤੇ ਰਹਿਣ ਉਹ ਵੀ ਨਾ। ਜੀ ਜੇ ਉਹ ਆ ਸਕਦੇ ਹੁਣ, ਜੀ ਇਹ ਹਕੀਕਤ ਬਾਤ ਹੈ, ਕੋਈ ਮੁੰਡਾ ਬਾਹਰ ਕੰਮ ਨਾ ਕਰੇ। ਠੀਕ ਗੱਲ ਜੇ ਉਹ ਆ ਸਕਦੇ ਹੁਣ, ਜੀ ਪਹਿਲੀ ਗੱਲ ਤੇ ਇਹ ਹੈ ਕਿ ਉਹਨਾਂ ਦੇ ਜਿਹੜੇ ਕਾਗਜ਼ਾਤ ਨੇ ਉਹ ਹੀ ਮਾਲਕਾਂ ਦੇ ਕਬਜ਼ੇ 'ਚ ਹੁੰਦੇ ਨੇ। ਜੀ ਅਗਰ ਉਹ ਮਾਲਕ ਉਹਨਾਂ ਨੂੰ ਕਾਗਜ਼ਾਤ ਵੀ ਦੇ ਦੇਣ, ਜੀ ਉਹ ਆਪਣੇ ਪਿੱਛੇ ਏਡੀਆਂ ਏਡੀਆਂ ਵੱਡੀਆਂ ਮਜਬੂਰੀਆਂ ਛੱਡ ਕੇ ਗਏ ਹੁੰਦੇ ਨੇ, ਪਿੱਛੇ ਨਹੀਂ ਮੁੜ ਸਕਦੇ ਉਹ ਪਿੱਛੇ ਨਹੀਂ ਮੁੜ ਸਕਦੇ। ਹੂੰ ਇੱਥੇ ਹੁਣ ਜਿਹੜਾ ਬੰਦਾ ਬੜਾ ਹੀ ਫਖਰ ਨਾਲ ਜਿਹੜੀ ਗੱਲ ਕਰਨੇ ਆ ਨਾ, ਜੀ ਉਹ ਮਾਸ਼ਾਅੱਲਾ ਸੁਣਾ ਬਈ ਚਾਚਾ ਤੇਰਾ ਮੁੰਡਾ ਉੱਥੇ ਕੀ ਕਰਦਾ ਹੈ? ਜੀ ਉਹ ਮਾਸ਼ਾਅੱਲਾ ਮੇਰਾ ਮੁੰਡਾ ਉੱਥੇ ਡਰਾਈਵਰ ਹੀ, ਜੀ ਉਹ ਗੱਡੀ ਚਲਾਉਂਦਾ। ਹੂੰ ਇਹਨਾਂ ਨੂੰ ਨਹੀਂ ਪਤਾ ਉਹ ਗੱਡੀ ਕਿਹੜੀ ਚਲਾਉਂਦਾ। ਜੀ ਪੜੀ ਸਾਹਿਬ ਇੱਥੇ ਗੱਡੀ ਚੱਲਦੀ, ਇੱਕ ਡਰਾਈਵਰ ਹੁੰਦਾ ਇੱਕ ਹੈਲਪਰ ਹੁੰਦਾ। ਜੀ ਉਹ ਕੱਲਾ ਬੰਦਾ ਗੱਡੀ ਲੈ ਕੇ ਜਾਂਦਾ, ਜੀ ਕੱਲਾ ਬੰਦਾ ਗੱਡੀ ਲੈ ਕੇ ਜਾਂਦਾ ਜੀ। ਤੇ ਗੱਡੀ ਇੱਥੋਂ ਇਹ ਨਹੀਂ ਖੜਨੀ ਬਈ ਇਹਨੇ 500 ਕਿਲੋਮੀਟਰ ਤੇ ਜਾ ਕੇ ਰੁਕ ਜਾਣਾ, ਜੀ ਇਹਨੇ 1000 ਕਿਲੋਮੀਟਰ ਤੇ ਰੁਕ ਜਾਣਾ। ਜੀ ਉਹਦੀ ਗੱਡੀ ਜੀ ਕਰੇ ਤੇ ਉਹ 5000 ਕਿਲੋਮੀਟਰ ਤੇ ਜਾਣੀ ਹੋਏ ਹੂੰ ਤੇ ਜਿੱਥੇ ਬਹੁਤ ਬੜੇ ਜੰਗਲ ਨੇ, ਜੀ ਬਹੁਤ ਬੜੇ ਪਹਾੜ ਨੇ, ਜੀ ਸਹਿਰਾ ਨੇ ਜੀ ਉਹਨਾਂ ਦੇ ਵਿੱਚੋਂ ਉਹਨੇ ਗੁਜ਼ਰਨਾ ਤੇ ਰਾਤ ਗੁਜ਼ਰਨਾ। ਜੀ ਯਾਰ ਕੱਲਾ ਬੰਦਾ ਜਿਹੜਾ ਹੈ ਉਹ ਗੱਡੀ ਦੇ ਵਿੱਚ ਵੀ ਬੈਠਾ ਹੋਏ ਜੀ ਤੇ ਐਸੀ ਜਗ੍ਹਾ ਤੋਂ ਗੁਜ਼ਰ ਰਿਹਾ ਹੋਏ ਤੇ ਉਹਦਾ ਦਿਲ ਖੌਫਜ਼ਦਾ ਹੁੰਦਾ। ਜੀ ਹੁੰਦਾ ਤੇ ਉਹੋ ਹੀ ਗੱਡੀ ਉਹਦੀ ਮਲਕੀਅਤ ਏ। ਜੀ ਇਹ ਵੀ ਹੁਣ ਗੱਲ ਨੂੰ ਸੋਚਣਾ ਹੈ। ਜੀ 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 ਉਹਨੇ ਸੌਣਾ ਤੇ ਉਹਦੇ 'ਚ ਹੀ, ਜੀ ਉੱਠਣਾ ਤੇ ਉਹਦੇ 'ਚ ਹੀ, ਜੀ ਜੋ ਵੀ ਉਹਨੇ ਕਰਨਾ ਹੈ, ਉਹ ਗੱਡੀ ਉਹਦਾ ਘਰ ਹੈ। ਜੀ ਤੇ ਸਾਰੀਆਂ ਕੁਰਬਾਨੀਆਂ ਕਿਹਦੇ ਵਾਸਤੇ ਉਹ ਦੇ ਰਿਹਾ? ਸਾਡੇ ਵਾਸਤੇ, ਜੀ ਸਾਡੇ ਆਪਣੀ ਵਾਸਤੇ ਦੇ family ਰਿਹਾ। ਸਾਡੇ ਵਾਸਤੇ। ਅੱਛਾ ਅਗਲੀ ਗੱਲ ਹੁਣ ਭੱਟੀ ਸਾਹਿਬ, ਇਹ ਤਾਂ ਮੈਂ ਥੋੜਾ ਤੁਹਾਨੂੰ ਦੱਸਿਆ ਏ। ਜੀ ਅਗਲਾ ਹੁਣ ਕੀ ਹੈ, ਜੀ ਇੱਕ ਬੰਦਾ ਦੇ 4 ਪੁੱਤਰ ਨੇ, ਜੀ ਇੱਕ ਜਿਹੜਾ ਉਹ ਬਾਹਰ ਚਲਾ ਗਿਆ, ਜੀ ਉਹਦਾ ਉੱਥੇ ਚੰਗਾ ਹੱਥ ਅੜ ਗਿਆ। ਜੀ 3 ਇੱਥੇ ਨੇ। ਜੀ ਅਸੀਂ ਬੜਾ ਉਹਨਾਂ ਨਾਲ ਜ਼ੁਲਮ ਕਰਨੇ ਆ ਬੱਚਿਆਂ ਆਪਣਿਆਂ ਨਾਲ। ਜੀ ਭਾਵੇਂ ਮੇਰੀਆਂ ਗੱਲਾਂ ਕਿਸੇ ਨੂੰ ਗਲਤ ਲੱਗਣ, ਇਹ ਗੱਲਾਂ ਬਲਕਿ ਇਹ ਲੋਕ ਸਧਾਰਨ ਸਿੱਧੀਆਂ ਕਰਨ। ਜੀ ਉਹ ਹੁਣ 3 ਜਿਹੜੇ ਇੱਥੇ ਨੇ, ਉਹਨਾਂ 'ਚੋਂ ਚੌਧਰੀ ਸਾਹਿਬ ਇੱਕ ਤੇ ਕਬੂਤਰ ਉਡਾਉਂਦਾ, ਇੱਕ ਕੁੱਕੜ ਲੜਾਉਂਦਾ ਇੱਕ ਲੜਾਈਆਂ ਕਰ ਲੈਂਦਾ ਤੇ ਇੱਕ ਕੁੱਤੇ ਲੜਾਉਂਦਾ। ਜੀ ਜੀ ਇਹ ਕੰਮ ਨਹੀਂ ਜਾਂ ਕਰਦਾ। ਲੜਾਈ ਕਰੇਗਾ ਜਿਹੜੇ ਉਹ ਕੱਲੇਗਾ ਚਾਰ ਉਹ ਲੱਗ ਜਾਣਗੇ। ਅੱਛਾ ਜੀ ਉਹ ਹੁਣ ਬੱਚਾ ਜਿਹੜਾ ਹੈ ਉਹਦਾ ਚਲੋ ਉੱਥੇ ਕੰਮ ਫਿੱਟ ਹੈ, ਜੀ ਉਹਨੇ ਆਪਣੇ ਬਾਪ ਨੂੰ ਪੈਸੇ ਘੱਲੇ ਨੇ। ਜੀ ਜਦੋਂ ਉਹਨੇ ਪੈਸੇ ਘੱਲੇ ਨੇ ਤੇ ਬਾਪ ਨੇ ਕੀ ਦਲੀਲ ਬਣਾਈ, ਯਾਰ ਇੱਥੋਂ ਮੈਂ ਕੋਈ 10 ਮਰਲੇ ਜਗ੍ਹਾ ਲੈਣਾ, ਜੀ ਇਹ ਕੋਈ ਮੈਂ ਜਾਇਦਾਦ ਬਣਾਉਣਾ। ਜੀ ਚਲੋ ਜੀ ਉਹਨੇ ਕਿਸੇ ਪੈਲੀ ਦਾ ਸੌਦਾ ਕਰ ਲਿਆ। ਜੀ ਤੁਸੀਂ ਕੋਲੋਂ ਉਹਨਾਂ ਦੇ ਪੁੱਛਿਆ, ਚਾਚਾ ਯਾਰੋ ਸੁਣਿਆ ਤੂੰ ਉਸ ਪੈਲੀ ਦਾ ਕਿਸੇ ਬੰਦੇ ਨਾਲ ਸੌਦਾ ਕੀਤਾ? ਉਹਨੇ ਆਖਿਆ ਆਓ ਜੀ ਕੀਤਾ। ਜੀ ਤੇ ਇਹ ਕੀ ਕਰਨਾ ਤੂੰ ਇਹ ਪੈਲੀ ਦਾ, ਬਈ ਇਹ ਕਿਹਦੇ ਨਾਂ ਕਰਾਉਣੀ ਆ? ਉਹਨੇ ਆਖਣਾ ਉਹ ਮੈਂ ਪੁੱਤਰ ਮਰਨਾ, ਮੈਨੂੰ ਮਰਨਾ ਯਾਦ ਆ, ਇਹ ਮੈਂ 4 ਪੁੱਤਰਾਂ ਦੇ ਨਾਂ ਹੀ ਕਰਾਉਣੀ ਆ। ਹਾਲਾਂਕਿ ਯਾਰ ਦੇ ਵੀ ਨਾ ਕਰਾਣੀ ਉਹ ਪੈਸਾ ਤੇ ਤੈਨੂੰ ਉਹ ਘੱਲਣ ਡਿਆ, ਮਿਹਨਤ ਤੇ ਉਹ ਕਰਦਾ ਪਿਆ, ਮਿਹਨਤ ਤੇ ਉਹ ਕਰਦਾ ਜੋ ਪਿਆ, ਬੈਠਾ ਹੋਇਆ। ਤੇ ਤੂੰ ਆਖਣ ਡਿਆ ਮੈਂ ਮਰਨਾ, ਖੁਦਾ ਨੂੰ ਜਾਨ ਦੇਣੀ ਹੈ, ਮੈਂ ਹਿਸਾਬ ਦੇਣਾ ਹੀ ਤੇ ਇਹ ਪੈਲੀ ਉਹਦੇ ਨਾਲ ਲਵਾ ਜਿੰਨੇ ਰੁਪਈਆ ਕਮਾਇਆ, ਜੀ ਜਿੰਨੇ ਆ ਤੈਨੂੰ ਜਾੜਿਆ, ਇਹਨਾਂ ਦੇ ਨਾਂ ਕਿਉਂ ਕਰਵਾਉਣ ਡਿਆ? ਜੀ ਇਹ ਤੇ ਫਜ਼ੂਲ ਨੇ, ਤੇਰਾ ਪੈਸਾ ਲਵਾਉਣ ਡਏ ਨੇ। ਜੀ ਉਹ ਹੁਣ ਇਸ ਤਰ੍ਹਾਂ ਹੋਈ ਜਾ ਰਿਹਾ ਭੱਟੀ ਸਾਹਿਬ, ਉਹ ਬੰਦਾ ਪੈਸੇ ਟੋਰੀ ਜਾ ਰਿਹਾ, ਜੀ ਉਹ ਮੁੰਡੇ ਐਸ਼ ਕਰੀ ਜਾਣ ਡਏ ਨੇ। ਜੀ ਉਹ ਛੋਟੇ ਦਾ ਮਕਾਨ ਉਹ ਬਣ ਗਿਆ, ਉਦੋਂ ਵੱਡੇ ਦਾ ਉਹ ਬਣ ਗਿਆ, ਉਦੋਂ ਵੱਡੇ ਦਾ ਆ ਬਣ ਗਿਆ। ਜੀ ਸਾਡੇ ਹਾਜੀ ਸਾਹਿਬ ਜਿਹੜੇ ਬਾਹਰ ਨੇ ਉਹ ਜੀ ਮਾਂ ਪਿਓ ਨਾਲ ਨੇ,
ਉਹਨੂੰ ਉਹ ਮਕਾਨ ਮਿਲਣਾ ਜਿਹੜਾ ਖਸਤਾ ਹਾਲ ਹੈ, ਜੀ ਜਿਹੜਾ ਜੀ ਖਸਤਾ ਹਾਲ ਹੈ। ਜੀ ਜਦੋਂ ਹੁਣ ਉਹ ਉੱਥੋਂ ਬਕਾਰ ਹੋ ਗਿਆ, ਵਡੇਰਾ ਹੋ ਗਿਆ, ਜੀ ਤੇ ਹਾਜੀ ਸਾਹਿਬ ਪਾਕਿਸਤਾਨ ਆ ਗਏ ਨੇ। ਜੀ ਉਚਰਾਂ ਨੂੰ ਉਹਦੀਆਂ ਬੱਚੀਆਂ ਵੀ ਤੇ ਬੱਚੇ ਵੀ ਜਵਾਨ ਹੋ ਗਏ। ਜੀ ਬਸ ਉਹਨੂੰ ਹਾਜੀ ਸਾਹਿਬ ਹੀ ਬਚਣਾ, ਜਿਹੜਾ ਕਿਸੇ ਨੇ ਜਿਹੜਾ ਉਹ ਕਹਿ ਦੇਣਾ, ਹਾਜੀ ਬਿਲਕੁਲ। ਸਾਹਿਬ ਹੀ ਬਚਣਾ, ਬਾਕੀ ਉਹਨੂੰ ਬਿਲਕੁਲ ਕੁਝ ਨਹੀਂ ਬਚਣਾ। ਹਾਂ, ਠੀਕ ਹੋ ਬਿਲਕੁਲ ਗਿਆ। ਠੀਕ ਹੈ। ਜਿਹੜਾ ਉਹ ਕਿਸੇ ਨੇ ਜਦੋਂ ਕਹਿ ਦੇਣਾ ਉਹ ਹਾਜੀ ਇਹ ਸਾਰੀ ਚੀਜ਼ ਪਾਕਿਸਤਾਨ ਆਉਂਦਾ ਵੇਖਦਾ ਵੀ ਮੇਰੇ ਹਿੱਸੇ ਆ ਟੁੱਟਾ ਮਕਾਨ ਆਇਆ, ਉਹ ਯਾਰ ਮੈਂ ਮਰ ਗਿਆ ਉੱਥੇ ਦਿਨ ਰਾਤ ਮਿਹਨਤ ਕਰਕੇ, ਸਾਹਿਬ ਸਾਰੀ ਜ਼ਿੰਦਗੀ ਗਾਲ ਦਿੱਤੀ ਹੈ। ਉਹ ਭਰਾ ਦੀ ਵੀ ਕੋਠੀ ਉਹ ਭਰਾ ਦੀ ਵੀ ਕੋਠੀ ਉਹ ਮੇਰੇ ਹਿੱਸੇ ਆ। ਹੁਣ ਮੈਂ ਮਕਾਨ ਬਣਾਵਾਂ ਆ, ਧੀਆਂ ਦਾ ਕਰਾਂ, ਇਹਨਾਂ ਪੁੱਤਰਾਂ ਦਾ ਕਰਾਂ, ਪੈਸੇ ਉਹਦੇ ਪੱਲੇ ਨਹੀਂ। ਹੂੰ। ਇੱਥੇ ਹੁਣ ਕੁਝ ਕਰ ਨਹੀਂ ਸਕਦਾ। ਉਹਨੂੰ ਇੱਥੇ ਕਰਨ ਦਾ ਕੋਈ ਵਾਲੀ ਨਹੀਂ ਆਉਂਦਾ, ਹੂੰ। ਉਹ ਕਰ ਹੀ ਨਹੀਂ ਸਕਦਾ। ਹੁਣ ਕੀ ਹੁੰਦਾ ਭੱਟੀ ਸਾਹਿਬ, ਉਸ ਹਾਜੀ ਸਾਹਿਬ ਨੂੰ ਜੀ ਮਹੀਨੇ ਬਾਅਦ ਜਾਂ 2 ਮਹੀਨਿਆਂ ਬਾਅਦ ਜੀ ਅਟੈਕ ਹੁੰਦਾ, ਜੀ ਉਹ ਹਾਜੀ ਮਰਦਾ। ਜੀ ਜੀ ਇਸੇ ਤਰ੍ਹਾਂ ਇਹ ਘਰ ਘਰ ਦੀ ਕਹਾਣੀ ਹੈ ਠੀਕ। ਚਾਚੀ। ਜਦੋਂ ਉਹ ਹਾਜੀ ਮਰਦਾ ਜੀ ਤੇ ਫਿਰ ਆ ਜਿਹੜੀਆਂ ਨਾ ਸਾਡੀਆਂ ਮਾਵਾਂ ਤੇ ਭੈਣਾਂ ਬੀਬੀਆਂ ਜਿਹੜੀਆਂ ਉਹ ਅੱਗੇ ਅੱਗੇ ਰੁਰ ਰੁਰ ਕਰਦੀਆਂ ਵੀ ਆਹ ਗੱਡੀ ਮੰਗਦਾ ਈ ਹੈ, ਵੀਰ ਇੰਨੇ ਪੈਸੇ ਘੱਲੀ, ਮੈਂ ਆ ਕੋਠਾ ਬਣਾਉਣਾ ਈ, ਠੀਕ। ਵੀਰ ਆ ਕਰੀ, ਭਰਾ ਨੇ ਆਖਣਾ ਮੈਂ ਯਾਰ ਨਵਾਂ 125 ਲੈਣਾ ਜੀ, ਈ। ਇਹੀ ਗੱਲ ਉਹ ਹੈ। ਸਾਰੇ ਜੋ ਕੋਈ ਕਰਦੇ ਉਹ ਦੂਸਰਿਆਂ ਦੀਆਂ ਤੇ ਖੁਆਇਸ਼ਾਂ ਪੂਰੀਆਂ ਕਰਦਾ 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 ਆਪ ਹੀ ਵਿਚਾਰਾ ਖਤਮ ਆਪ ਹੀ ਖਤਮ ਤੁਰ ਹੋ ਜਾਂਦਾ ਜਾਂਦਾ। ਹੈ। ਅੱਛਾ, ਉਹ ਫਿਰ ਉਹ ਬੀਬੀਆਂ ਪਤਾ ਕੀ ਆਖਣਗੀਆਂ ਬਹਿ ਕੇ, ਹੂੰ। ਹਾਏ ਹਾਏ ਵੇਖ ਨਹੀਂ ਸਾਰੀ ਉਮਰ ਪਰਦੇਸ ਕੱਢੀ, ਹੂੰ। ਜੇ ਪਾਕਿਸਤਾਨ ਆਇਆ ਹੁਣ ਕੁਝ ਵੇਖਣ ਦਾ ਟਾਈਮ ਸੀ ਤੇ ਵਿਚਾਰੇ ਨੇ ਕੁਝ ਵੇਖਿਆ ਹੀ ਨਹੀਂ। ਵੇਖਿਆ ਹੀ ਨਹੀਂ। ਉਹ ਮੇਰੀ ਉਹ ਭੈਣੋ ਗੱਲ ਇਹ ਨਹੀਂ ਜੇ, ਹੂੰ। ਉਹ ਵੇਖ ਕੇ ਹੀ ਤੇ ਮਰਿਆ। ਵੇਖ ਕੇ ਤੇ ਮਰਿਆ। ਵੇਖ ਕੇ ਮਰਿਆ। ਹੂੰ। ਤੁਸੀਂ ਆਂਦੀਆਂ ਪਈਆਂ ਇਹਨੇ ਵੇਖਿਆ ਕੱਖ ਨਹੀਂ, ਵੇਖ ਕੇ ਹੀ ਤੇ ਇਹ ਮਰਿਆ। ਜਿੰਨੀ ਦੇਰ ਤੱਕ ਉਹ ਬਾਹਰ ਸੀ ਉਹਨੇ ਨਹੀਂ ਵੇਖਿਆ, ਉਹ ਬਚਿਆ ਗਿਆ। ਸੀ। ਜਦੋਂ ਉਹ ਇੱਥੇ ਆਇਆ, ਜਦੋਂ ਉਹਨੇ ਜਦੋਂ ਵੇਖਿਆ, ਵੇਖਿਆ, ਵੇਖ ਕੇ ਹੀ ਤੇ ਉਹ ਮਰਿਆ। ਤੇ ਵੇਖਿਆ ਕੀ ਆ, ਤੁਹਾਡੇ ਰਵੱਈਏ, ਤੁਹਾਡਾ ਸਲੂਕ, ਕਿ ਜਿਨ੍ਹਾਂ ਵਾਸਤੇ ਉਹਨੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਗਾਲ ਦਿੱਤੀ। ਗਾਲ ਦਿੱਤੀ ਹੈ ਤੁਸੀਂ ਉਹਦੇ ਵਾਸਤੇ ਕੀ ਕੀਤਾ? ਜਦੋਂ ਉਹਨੇ ਇਹ ਚੀਜ਼ ਵੇਖੀ ਫਿਰ ਉਹਦੇ ਜ਼ਿੰਦਾ ਰਹਿਣ ਦਾ ਜਵਾਬ ਹੀ ਕੋਈ ਨਹੀਂ ਬਚਿਆ। ਤੇ ਉਹ ਮੇਰੇ ਕੋਲ ਤੇ ਜੀ ਇੰਨੀ ਭੱਟੀ ਸਾਹਿਬ ਗੱਲ ਹੈ, ਕੁਛ ਬਿਲਕੁਲ। ਮੇਰਾ ਹੁਣ ਨਾ ਜਜ਼ਬਾਤ ਅੱਗੇ ਸਾਥ ਨਹੀਂ ਦੇ ਰਿਹਾ, ਨਹੀਂ ਤਾਂ ਗੱਲ ਮੈਂ ਅੱਗੇ ਹੋਰ ਤੋਰਦਾ। ਬਿਲਕੁਲ ਠੀਕ ਕਹਿੰਦੇ ਹੋ। ਹਾਂਜੀ ਔਰ ਸਾਡਾ ਜਿਹੜਾ ਮੈਸੇਜ ਚਾਚੇ ਹੋਣਾ ਦਾ, ਸਾਡਾ ਜਿਹੜਾ ਪੈਗਾਮ ਹੈ ਨਾ ਅੱਜ ਦੇ ਪ੍ਰੋਗਰਾਮ ਦਾ, ਉਹ ਇਹੋ ਹੀ ਆ ਕਿ ਇਹ ਜਿਹੜੇ ਸਾਡੇ ਬੱਚੇ, ਇਹ ਜਿਹੜੇ ਨੌਜਵਾਨ ਦਿਹਾੜੇ ਗੈਰ 'ਚ ਚਲੇ ਜਾਂਦੇ ਆ ਨਾ, ਦੂਸਰਿਆਂ ਮੁਲਕਾਂ 'ਚ ਜਾ ਕੇ ਦੂਸਰਿਆਂ ਪਰਾਇਆ ਲੋਕਾਂ ਦੀਆਂ ਨੌਕਰੀਆਂ ਕਰਦੇ ਨੇ, ਉੱਥੇ ਮਜ਼ਦੂਰੀਆਂ ਕਰਦੇ ਨੇ, ਉੱਥੇ ਮਿਹਨਤਾਂ ਕਰਦੇ ਨੇ। ਇਹਨਾਂ ਵਿਚਾਰਿਆਂ ਦੀ ਅਗਰ ਤੁਸੀਂ ਜ਼ਿੰਦਗੀ ਉੱਥੇ ਜਾ ਕੇ ਕਦੀ ਵੇਖੋ ਨਾ, ਤੇ ਸ਼ਾਇਦ ਕੋਈ ਵੀ ਮਾਂ ਜਾਂ ਕੋਈ ਵੀ ਪਿਓ ਇੱਕ ਦਿਨ ਵੀ ਬਰਦਾਸ਼ਤ ਨਾ ਕਰੇ ਕਿ ਸਾਡੇ ਪੁੱਤਰ ਦੀ ਜਿਹੜੀ ਆ ਉਹ ਇਹ ਹਾਲਤ ਆ। ਭੱਟੀ ਸਾਹਿਬ ਜਾਨ ਤਲੀ ਚ ਠੀਕ ਆ। ਰੱਖ ਕੇ ਔਰ ਅਸੀਂ ਵੇਖਦੇ ਆ ਲਾਂਚਾਂ ਤੇ ਬਿਲਕੁਲ ਸਮੁੰਦਰ ਪਾਰ ਆ ਕਿ ਜਿਸ ਤਰ੍ਹਾਂ ਇਹ ਲੋਕ, ਇਹ ਸਾਡੇ ਜਿਹੜੇ ਪਿਆਰੇ ਹੁੰਦੇ ਨੇ, ਇਹ ਡੰਕੀਆਂ ਲਾ ਕੇ ਜਾਂਦੇ ਨੇ, ਔਰ ਆਏ ਰੋਜ਼ ਖਬਰਾਂ 'ਚ ਵੀ ਅਸੀਂ ਵੇਖਦੇ ਆ ਕਿ ਤੋੜ ਵੀ ਨਹੀਂ ਪਹੁੰਚਦੇ। ਉਹ ਉੱਥੇ ਨਹਿਰਾਂ, ਜਿਹੜੀਆਂ ਲਹਿਰਾਂ ਨੇ ਸਮੁੰਦਰਾਂ ਦੀਆਂ, ਉਹਨਾਂ ਦੀ ਨਜ਼ਰ ਹੋ ਜਾਂਦੇ ਨੇ। ਫਿਰ ਜਿਹੜੇ ਪਹੁੰਚ ਜਾਂਦੇ ਨੇ ਉਹਨਾਂ ਦੀ ਜ਼ਿੰਦਗੀ ਉਹ ਨਾ ਤੁਹਾਡੇ ਕਿਸੇ ਖੁਸ਼ੀ 'ਚ, ਨਾ ਤੁਹਾਡੇ ਕਿਸੇ ਦੁੱਖ 'ਚ, ਨਾ ਕਿਸੇ ਤੁਹਾਡੇ ਸੁੱਖ 'ਚ। ਇੱਥੇ ਅਗਰ ਅਸੀਂ ਵੇਖਿਆ, ਐਸੇ ਮਨਾਜ਼ਰ ਵੀ ਵੇਖੇ ਨੇ ਕਿ ਅਗਰ ਇੱਕ ਪੁੱਤਰ ਬਾਹਰ ਆ, 4 ਇੱਥੇ ਨੇ, ਤੇ ਵਾਲਦ ਦੁਨੀਆ ਤੋਂ ਚਲਾ ਗਿਆ, ਤੇ ਉਹ 4 ਜਿਹੜੇ ਨੇ ਪਿੱਛੇ, ਉਹ ਤੇ ਇੱਕ ਦੂਸਰੇ ਨੂੰ ਦਿਲਾਸਾ ਦੇ ਦਿੰਦੇ ਨੇ, ਲੇਕਿਨ ਉਹ ਜਿਹੜਾ ਬਾਹਰ ਬੈਠਾ ਹੋਇਆ, ਨਾ ਇਕੱਲਾ। ਉਹਨੂੰ ਕੋਈ ਦਿਲਾਸਾ ਦੇਣ ਵਾਲਾ ਹਾਂ। ਤੇ ਨਾ ਉਹ ਉਹਨੇ ਕਿਸੇ ਨੂੰ ਦਿਲਾਸਾ ਦੇਣ ਆਪੇ ਹੀ ਵਾਲਾ। ਰੋਣਾ ਤੇ ਆਪੇ ਹੀ ਚੁੱਪ ਕਰਨਾ। ਔਰ ਅਸੀਂ ਉਹ ਵੇਖਦੇ ਹਾਂ, ਫਿਰ ਉਹ WhatsApp ਤੇ ਉਹ ਵੀਡੀਓ ਤੇ ਦਿਖਾਇਆ ਜਾਂਦਾ, ਔਰ ਯਕੀਨ ਕਰੋ ਕਿ ਉਸ ਤੋਂ ਬੜਾ ਕੋਈ ਦੁੱਖ ਦਾ ਦੁੱਖ ਨਹੀਂ ਹੁੰਦਾ ਭੱਟੀ ਜਾਂ ਸਾਹਿਬ, ਕੋਈ ਐਸਾ ਸਰਦੀ ਲਮਹਾ ਨਹੀਂ ਉੱਠਣਾ, ਹੁੰਦਾ। ਅਜ਼ਾਨਾਂ ਨਾਲ ਤੇ ਉੱਠਣਾ, ਅਸੀਂ ਰੋਟੀ ਪਕਾਉਣੀ। ਈਦ ਦਾ ਦਿਹਾੜਾ ਹੁੰਦਾ, ਪਰਦੇਸੀਆਂ ਕੋਲ ਪੁੱਛਦੇ ਆ, ਇੱਥੇ ਅਸੀਂ ਕੋਈ ਕਿਸੇ ਰਿਸ਼ਤੇਦਾਰ ਕੋਲ ਚਲਾ ਜਾਂਦਾ, ਕੋਈ ਕਿਤੇ ਮਹਿਮਾਨ ਬਣ ਕੇ ਚਲਾ ਜਾਂਦਾ, ਕੋਈ ਦੋਸਤਾਂ ਕੋਲ ਚਲਾ ਜਾਂਦਾ, ਦਿਲ ਤਾਜ਼ਾ ਹੋ ਜਾਂਦਾ। ਤੇ ਈਦ ਦੇ ਦਿਹਾੜੇ ਤੁਸੀਂ ਕਿਸੇ ਪਰਦੇਸੀ ਨੂੰ ਫੋਨ ਕਰੋ ਤੇ ਉਹ ਸੁੱਤਾ ਹੋਏਗਾ। ਹਾਂ। ਇਸ ਵਾਸਤੇ ਸਾਡੀ ਅੱਜ ਦਾ ਜਿਹੜਾ ਇਹ ਵੀਡੀਓ ਦਾ ਪੈਗਾਮ, ਉਹ ਸਾਡੇ ਉਹਨਾਂ ਮਾਂ-ਬਾਪ ਵਾਸਤੇ ਆ, ਉਹਨਾਂ ਭੈਣਾਂ ਭਰਾਵਾਂ ਵਾਸਤੇ ਜਿਨ੍ਹਾਂ ਦੇ ਪੁੱਤਰ ਬਾਹਰ ਪ੍ਰਦੇਸਾਂ 'ਚ ਨੇ, ਕਿ ਉਹਨਾਂ ਦੀ ਜਿਹੜੀ ਉਹ ਇੱਕ ਮਿੱਠੀ ਜੇਲ੍ਹ ਆ ਨਾ, ਉਹ ਤੁਹਾਡੇ ਵਾਸਤੇ, ਉਹਨੂੰ ਤੁਸੀਂ ਇੱਕ ਜ਼ਰੂਰਤ ਦੇ ਤਹਿਤ ਰੱਖੋ। ਅਯਾਸ਼ੀਆਂ ਦਾ ਉਹ ਸਵੱਬ ਨਾ ਬਣਾਓ। ਅਯਾਸ਼ੀਆਂ ਦਾ ਸਵੱਬ ਨਾ ਬਣਾਓ, ਤੇ ਉਹਨਾਂ ਦੇ ਕੋਲੋਂ ਬੇਜਾ ਫਰਮਾਇਸ਼ਾਂ ਵੀ ਨਾ ਕਰਿਆ ਕਰੋ। ਤੇ ਅਸੀਂ ਇਸ ਦੁਆ ਦੇ ਨਾਲ, ਸਾਡੀ ਇਹ ਦੁਆ ਵਾ ਕਿ ਅੱਲਾਹ ਤਾਲਾ ਉਹਨਾਂ ਸਾਡੇ ਪਰਦੇਸੀ ਭਰਾਵਾਂ ਨੂੰ ਜਿੱਥੇ ਜਿੱਥੇ ਵੀ ਨੇ ਉਹ, ਉੱਥੇ ਉਹਨਾਂ ਨੂੰ ਖੁਸ਼ ਰੱਖੇ, ਉਹਨਾਂ ਨੂੰ ਆਬਾਦ ਰੱਖੇ, ਤੇ ਉਹਨਾਂ ਨੂੰ ਵੀ ਆਪਣੇ ਵਤਨਾਂ ਦੇ ਵਿੱਚ ਅੱਲਾ ਦੀ ਜ਼ਾਤ ਜਿਹੜੀ ਉਹ ਲੈ ਕੇ ਆਏ ਸਾਡੇ ਮੁਲਕ ਦੇ,
ਸਾਡੇ ਪਾਕਿਸਤਾਨ ਦੇ ਹਾਲਾਤ ਇੰਝ ਦੇ ਹੋਣ ਕਿ ਕਿਸੇ ਨੂੰ ਬਾਹਰ ਜਾ ਕੇ ਕਿਸੇ ਦੀ ਉਹ ਗੁਲਾਮੀ ਨਾ ਕਰਨੀ ਪਏ, ਲੇਕਿਨ ਉਹ ਪਤਾ ਨਹੀਂ ਉਹ ਕਦੋਂ ਹੋਣੇ ਨੇ ਤੇ ਕਦੋਂ ਨਹੀਂ ਹੋਣੇ। ਜਿਸ ਤਰ੍ਹਾਂ ਦੇ ਸਾਡੇ ਨਾਲ ਉਹ ਵਾਕਿਆਤ ਹੋ ਰਹੇ ਨੇ, ਇੱਥੋਂ ਤੇ ਇਹੋ ਹੀ ਲੱਗਦਾ ਵਾ ਕਿ ਸ਼ਾਇਦ ਇੱਥੇ ਪਿੱਛੇ ਜਿਹੜੇ ਜ਼ੁਲਮ ਕਰਨ ਵਾਲੇ ਨੇ ਉਹ ਹੀ ਰਹਿ ਜਾਣ। ਬਾਕੀ ਹਰ ਬੰਦੇ ਦੀ ਖਾਹਿਸ਼ ਹੋਏਗੀ ਅਸੀਂ ਪਾਕਿਸਤਾਨ ਤੋਂ ਜਾਈਏ, ਅਸੀਂ ਜਾ ਕੇ ਤੇ ਚਲੋ ਆਪਣਾ ਚੰਗਾ ਮੁਸਤਕਬਲ ਜਿਹੜਾ ਉਹ ਲੱਭੀਏ। ਲੇਕਿਨ ਫਿਰ ਵੀ ਇਸ ਦੇ ਬਾਵਜੂਦ ਵੀ ਅਸੀਂ ਹੋਰ ਉਮੀਦ ਹਾਂ ਕਿ ਅੱਲਾ ਦੀ ਜ਼ਾਤ ਸਾਰਿਆਂ ਵਾਸਤੇ ਆਸਾਨੀਆਂ ਪੈਦਾ ਕਰੇ। ਅਤੇ ਇੱਕ ਵਾਰੀ ਫਿਰ ਇਹੋ ਹੀ ਪੈਗਾਮ ਦਿੰਦੇ ਹਾਂ। ਔਰ ਚਾਚੇ ਹੋਣਾ ਦੀ ਵੀ ਇਸ ਸਾਰੀ ਗੱਲ ਦਾ ਮਤਲਬ ਭਾਈ ਸਰਫਰਾਜ਼ ਹੋਣਾ ਦੀ ਵੀ, ਕਿ ਜਿਹੜੇ ਸਾਡੇ ਪੁੱਤਰ ਸਾਡੇ ਬੱਚੇ ਪ੍ਰਦੇਸਾਂ 'ਚ ਨੇ ਨਾ, ਉਹਨਾਂ ਨੂੰ ਬੇਜਾ ਫਰਮਾਇਸ਼ਾਂ ਅਤੇ ਇਹ ਚੀਜ਼ਾਂ ਨਾ ਕਰਿਆ ਕਰੋ। ਅਤੇ ਦੁਨੀਆ ਦੇ ਜਿਸ ਕੋਨੇ 'ਤੇ ਵੀ ਰਹੋ, ਹੱਸਦੇ ਰਹੋ, ਵੱਸਦੇ ਰਹੋ, ਆਪਣਾ ਬਹੁਤ ਸਾਰਾ ਖਿਆਲ ਰੱਖੋ। ਮੈਨੂੰ, ਚਾਚੇ ਰਫੀਕ ਨੂੰ, ਭਾਅ ਸਰਫਰਾਜ਼ ਨੂੰ ਅਤੇ ਸਾਡੀ ਸਾਰੀ ਟੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।